थोड़ा थोड़ा पीछे रहो जी। छड्ड के गया मेरा भरा सी, छोटा भरा सी। मैं ਉਹਨੂੰ ਵੱਡੇ ਭਰਾਵਾਂ ਵਾਂਗੂ ਪਿਆਰ ਕੀਤਾ। ਉਹਨੇ ਜਾਣ ਤੋਂ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਉਹਦੇ ਨਾਲ ਮੇਰੀ ਗੱਲ ਹੋਈ। ਉਹ ਦਿਨ ਵੀ ਹੱਸਦਾ ਸੀ। ਮੀਡੀਆ ਤੇ ਬੈਠਣ ਦੀ ਕੋਈ ਲੋੜ ਨਹੀਂ। ਆਪਣਾ ਨਿਸ਼ਾਨਾ, ਆਪਣਾ ਜਿਹੜਾ ਏਮ ਹੈ, ਆਪਣਾ ਟਾਰਗੇਟ ਹੈ, ਆਪਣਾ ਇਨਸਾਫ ਵਾਲਾ ਟਾਰਗੇਟ ਹੈ। ਕੋਈ ਤੁਹਾਨੂੰ ਕਮੈਂਟ ਕਰੀ ਜਾਵੇ, ਗਲਤ ਕਮੈਂਟ ਕਰੀ ਜਾਵੇ, ਤੁਸੀਂ ਆਹ ਭਾਲਦੇ ਹੋ, ਤੁਸੀਂ ਫੇਮ ਭਾਲਦੇ ਹੋ, ਤੁਸੀਂ ਇਹ ਕਰਦੇ ਹੋ, ਉਹ ਕਰਦੇ ਹੋ, ਕਿਸੇ ਵੱਲ ਧਿਆਨ ਨਹੀਂ ਦੇਣਾ। ਆਪਣਾ ਹੀਰਾ ਭਰਾ ਦੁਨੀਆ ਤੋਂ ਗਿਆ, ਉਹਦੀ ਫੋਟੋ ਬਸ ਅੱਖਾਂ ਮੀਚ ਕੇ ਯਾਦ ਕਰ ਲਿਆ ਕਰੋ। थोड़ा थोड़ा पीछे रहो जी। ਛੱਡ ਕੇ ਗਿਆ ਮੇਰਾ ਭਰਾ ਸੀ, ਛੋਟਾ ਭਰਾ ਸੀ। ਮੈਂ ਉਹਨੂੰ ਵੱਡੇ ਭਰਾਵਾਂ ਵਾਂਗੂ ਪਿਆਰ ਕੀਤਾ। ਉਹਨੇ ਮੈਨੂੰ ਛੋਟੇ ਭਰਾ ਵਾਂਗੂ ਕੀਤਾ। ਜਾਣ ਤੋਂ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਉਹਦੇ ਨਾਲ ਮੇਰੀ ਗੱਲ ਹੋਈ। ਉਹ ਦਿਨ ਵੀ ਹੱਸਦਾ ਸੀ। ਗਿਆ ਵੀ ਮੱਤਾ ਮੰਗੂ ਹੈ। ਬਸ ਜਿਹੜੀ ਗੱਲ ਬਾਪੂ ਜੀ ਨੇ ਕਹੀ ਹੈ ਕਿ ਅੱਜ ਆਪਾਂ ਜਿਹੜੇ ਇਕੱਠੇ ਹੋਏ ਆ ਤੇ ਬਾਪੂ ਜੀ ਨੂੰ ਹੌਸਲਾ ਦੇਣ ਦੇ ਨਾਲ ਨਾਲ ਆਪਾਂ ਇਹ ਵੀ ਇਕੱਠੇ ਹੋਏ ਆ ਕਿ ਇਹ ਜਿਹੜਾ ਦੌਰ ਹੈ, ਜਿਹੜਾ ਸਫ਼ਰ ਹੈ, ਇਹ ਇੱਥੋਂ ਸ਼ੁਰੂ ਹੋਇਆ। ਇਹ ਬੜਾ ਲੰਬਾ ਚੱਲਣਾ। ਆਪਾਂ ਸਬਰ ਰੱਖਣਾ, ਸੰਤੋਖ ਰੱਖਣਾ, ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਖੜਨਾ ਤਾਂ ਕਿ ਗਾਂ ਕਿਸੇ ਵੀ ਧੀ ਪੁੱਤ ਦਾ ਨੁਕਸਾਨ ਨਾ ਹੋਵੇ। ਕੋਈ ਵੀ ਧੀ ਪੁੱਤ ਸੰਸਾਰ ਤੋਂ ਏਦਾਂ ਨਾ ਜਾਵੇ ਜਿੱਦਾਂ ਸਾਡਾ ਭਰਾ ਗਿਆ। ਤੁਸੀਂ ਸਾਰੇ ਸਾਡਾ ਪਰਿਵਾਰ ਹੋ। ਸਾਨੂੰ ਇਸ ਗੱਲ ਤੇ ਬੜਾ ਮਾਣ ਹੈ ਕਿ ਸਾਡਾ ਭਰਾ, ਸਾਡੇ ਭਰਾ ਨੇ ਜ਼ਿੰਦਗੀ 'ਚ ਆਹ ਖੱਟਿਆ ਜੋ ਅੱਜ ਮੈਂ ਮੂਹਰੇ ਦੇਖ ਰਿਹਾ। ਅੱਜ ਇਹ ਖੱਟਿਆ ਜੋ ਤੁਸੀਂ ਸਾਰੇ ਅੱਜ ਉਡੀਕਦੇ ਹੋ ਕਿ ਬਾਪੂ ਜੀ ਆਉਣਗੇ, ਚੰਦ ਸ਼ਬਦ ਬੋਲਣਗੇ, ਉਹਨਾਂ ਨੂੰ ਬਹਿ ਕੇ ਸੁਣਾਂਗੇ। ਇੱਕ ਸਬਰ ਨਾਲ ਇੱਥੇ ਬੈਠੇ ਹੋ। ਮੈਨੂੰ ਪਤਾ ਗਰਮੀ ਦਾ ਮੌਸਮ ਹੈ, ਪਰ ਹਰ ਐਤਵਾਰ ਤੁਸੀਂ ਆਉਂਦੇ ਹੋ। ਆਪਾਂ ਇਹ ਜਿਹੜਾ ਸਫ਼ਰ ਹੈ ਇਹਨੂੰ ਸ਼ੁਰੂ ਕੀਤਾ, ਇਹਨੂੰ ਦੋ ਕੜੀ ਦਰ ਕੜੀ ਆਪਾਂ ਇਹਨੂੰ ਜੋੜਦੇ ਰੱਖਣਾ, ਇਹਨੂੰ ਸਟਰੋਂਗ ਰੱਖਣਾ। ਆਪਾਂ ਕੋਈ ਵੀ ਫਾਲਤੂ ਇੱਧਰ ਉੱਧਰ ਦੀਆਂ ਹੋਰ ਗੱਲਾਂ 'ਚ ਨਹੀਂ ਆਉਣਾ, ਐਵੇਂ ਡਿਸਟਰੈਕਟ ਨਹੀਂ ਹੋਣਾ, ਭਟਕਣਾ ਨਹੀਂ। ਕਿਸੇ ਹੋਰ ਨਾਲ ਆਪਾਂ ਨੂੰ ਫੇਸਬੁੱਕ ਤੇ ਮੀਡੀਆ ਤੇ ਬੈਠਣ ਦੀ ਕੋਈ ਲੋੜ ਨਹੀਂ। ਆਪਣਾ ਨਿਸ਼ਾਨਾ, ਆਪਣਾ ਜਿਹੜਾ ਏਮ ਹੈ, ਆਪਣਾ ਟਾਰਗੇਟ ਹੈ, ਆਪਣਾ ਇਨਸਾਫ ਵਾਲਾ ਟਾਰਗੇਟ ਹੈ, ਆਪਾਂ ਉਹ ਵੀ ਮੱਦੇ ਨਜ਼ਰ ਰੱਖਣਾ, ਉਹਨੂੰ ਮੂਹਰੇ ਰੱਖਣਾ। ਬਾਕੀ ਕੋਈ ਤੁਹਾਨੂੰ ਕਮੈਂਟ ਕਰੀ ਜਾਵੇ, ਗਲਤ ਕਮੈਂਟ ਕਰੀ ਜਾਵੇ, ਤੁਸੀਂ ਆਹ ਭਾਲਦੇ ਹੋ, ਤੁਸੀਂ ਫੇਮ ਭਾਲਦੇ ਹੋ, ਤੁਸੀਂ ਇਹ ਕਰਦੇ ਹੋ, ਉਹ ਕਰਦੇ ਹੋ, ਕਿਸੇ ਵੱਲ ਧਿਆਨ ਨਹੀਂ ਦੇਣਾ। ਆਪਣਾ ਹੀਰਾ ਭਰਾ ਦੁਨੀਆ ਤੋਂ ਗਿਆ, ਉਹਦੀ ਫੋਟੋ ਬਸ ਅੱਖਾਂ ਮੀਚ ਕੇ ਯਾਦ ਕਰ ਲਿਆ ਕਰੋ ਕਿ ਉਹ ਕਿੱਦਾਂ ਦਾ ਇਨਸਾਨ ਸੀ, ਕੀ ਖੱਟ ਕੇ ਗਿਆ, ਕੀ ਕਮਾ ਕੇ ਗਿਆ। ਮਾਂ ਬਾਪ ਦੀ ਇੰਨੀ ਇੱਜ਼ਤ ਕਰਨ ਵਾਲਾ ਬੱਚਾ। ਕਈ ਵਾਰ ਮੇਰੇ ਨਾਲ ਉਹਦੀ ਗੱਲ ਹੋਣੀ, ਮੈਨੂੰ ਕਹਿੰਦਾ, ਕਈ ਵਾਰੀ ਉਹਦੇ ਨਾਲ ਮੈਂ ਪਲੈਨਿੰਗ ਕਰਨ ਲੱਗ ਜਾਣੀ। ਮੈਂ ਕਿਹਾ ਸਿੱਧੂ ਆਪਾਂ ਵਿਆਹ ਕਰਾਂਗੇ, ਆਪਾਂ ਵਿਆਹ ਕਰਾਂਗੇ। ਉਹਨੇ ਇੱਕੋ ਗੱਲ ਕਹਿਣੀ, ਕਹਿੰਦਾ ਵੀ ਗਾਂ ਦੀ ਰੱਬ ਦੇਖੂਗਾ ਤੇ ਬੇਬੇ ਬਾਪੂ ਖੁਸ਼ ਆ ਯਾਰ, ਆਪਾਂ ਨੂੰ ਬਾਹਲੀ ਫਿਕਰ ਨਹੀਂ ਕੋਈ। ਇਹੀ ਗੱਲ ਅਖੀਰ ਤੱਕ ਕਹਿੰਦਾ ਰਿਹਾ। 24 ਤਰੀਕ ਨੂੰ 23 ਜਾਂ 24 ਤਰੀਕ ਨੂੰ ਮੇਰੇ ਨਾਲ ਫੋਨ ਤੇ ਵੀ ਜਦੋਂ ਗੱਲ ਹੋਈ, ਮੈਂ ਕਿਹਾ ਕੀ ਚੱਲ ਰਿਹਾ ਸਿੱਧੂ? ਕਹਿੰਦਾ ਸਭ ਵਧੀਆ, ਚੜ੍ਹਦੀ ਕਲਾ। ਕਿਉਂਕਿ ਸਭਾਈ ਚੜ੍ਹਦੀ ਕਲਾ ਵਾਸਤੇ, ਰਹਿੰਦਾ ਚੜ੍ਹਦੀ ਕਲਾ ਸੀ। ਉਦੋਂ ਉਹਨੇ ਮੈਨੂੰ ਗੱਲ ਕਹੀ। ਮੈਂ ਕਿਹਾ ਅੱਗੇ ਕੀ ਪਲੈਨਿੰਗ ਹੈ? ਤੇ ਸ਼ੋਅ ਵੀ ਆਉਣੇ ਸੀ ਅਮਰੀਕਾ, ਅਸੀਂ ਜਾਣਾ ਵੀ ਇਕੱਠਿਆਂ ਨੇ ਸੀਗਾ। 100 ਸਾਡੀਆਂ ਪਲੈਨਿੰਗਾਂ ਸੀ ਇਕੱਠਿਆਂ ਦੀਆਂ। ਮੈਨੂੰ ਕਹਿੰਦਾ ਆ ਜਾ, ਮੇਰਾ ਇਕੱਲੇ ਦਾ ਐਡੀ ਲੰਬੀ ਫਲਾਈਟ ਹੋ, ਮੇਰਾ ਜੀ ਨਹੀਂ ਲੱਗਣਾ, ਇਕੱਠੇ ਜਾਵਾਂਗੇ, ਗੱਲਾਂ ਮਾਰਦੇ ਜਾਵਾਂਗੇ। ਜਾਣ ਤੋਂ ਪਹਿਲਾਂ ਵੀ ਮੈਨੂੰ ਇੱਕ ਗੱਲ ਕਹਿ ਕੇ ਗਿਆ, ਕਹਿੰਦਾ ਬਾਈ ਤੂੰ ਇੰਡੀਆ ਕਦੋਂ ਆਉਣਾ? ਤੂੰ ਇੰਡੀਆ ਆ ਜਾ, ਕੋਈ ਤੇਰੇ ਨਾਲ ਦਿਲ ਦੀਆਂ ਗੱਲਾਂ ਕਰਨੀਆਂ। ਪਰ ਬਸ ਦੁੱਖ ਮੈਨੂੰ ਇਸ ਗੱਲ ਦਾ ਕਿ ਉਹ ਦਿਲ ਦੀਆਂ ਗੱਲਾਂ ਜੋ ਆਪਦੇ ਨਾਲ ਲੈ ਗਿਆ। ਪਤਾ ਨਹੀਂ ਢਿੱਡ 'ਚ ਕੀ ਰੱਖੀ ਬੈਠਾ ਸੀ, ਕੀ ਉਹਨੇ ਮੇਰੇ ਨਾਲ ਗੱਲਾਂ ਕਰਦੀਆਂ ਸੀ। ਪਰ ਮਰਦ ਬੱਚਾ ਸੀ, ਦਲੇਰ ਸੀ। ਕਦੇ ਉਹਦੇ ਚਿਹਰੇ ਤੇ ਮੈਂ ਤਿਉੜੀ ਨਹੀਂ ਦੇਖੀ, ਕਦੇ ਫਿਕਰ ਨਹੀਂ ਦੇਖੀ। ਬਾਪੂ ਜੀ ਦਾ ਸੰਸਕਾਰ ਕਹਿ ਲਓ, ਇਹ ਖੂਨ ਕਹਿ ਲਓ, ਜੋ ਕਿ ਕਦੇ ਡਰਾਏ ਤੋਂ ਝੁਕਿਆ ਨਹੀਂ। ਇੱਕ ਤੇ ਗੋਲੀ ਖਾਧੀ ਹੈ ਮੇਰੇ ਭਰਾ ਨੇ। ਅੱਜ ਮੈਂ ਇਹ ਗੱਲ ਕਹੂੰਗਾ ਕਿ ਅਸੀਂ ਸਾਰੇ ਇਸ ਪਰਿਵਾਰ ਦੇ ਨਾਲ, ਸਿੱਧੂ ਪਰਿਵਾਰ ਮੇਰਾ ਆਪਦਾ ਪਰਿਵਾਰ ਹੈ। ਮੈਂ ਇੱਥੇ ਉਦੋਂ ਜਾਣਾ ਜਦੋਂ ਪਰਲੇ ਘਰੇ ਹਲੇ ਘਰ ਦੀ ਕੋਈ ਹਲੇ ਵਿਰੋਧ ਵੀ ਨਹੀਂ ਸੀ। ਜਦੋਂ ਦਾ ਸਿੱਧੂ ਇਸ ਫੀਲਡ 'ਚ ਆਇਆ ਉਦੋਂ ਦਾ ਮੈਨੂੰ ਪਿਆਰ ਕਰਦਾ, ਮੈਂ ਉਹਨੂੰ ਪਿਆਰ ਕਰਦਾ। ਉਹਦੇ ਕਿੱਟ ਬੈਗ ਦਾ ਪਿੱਠੂ ਬੈਗ ਦਾ ਟੰਗਿਆ ਸੀ, ਮੈਨੂੰ ਕੈਨੇਡਾ ਮਿਲਿਆ ਸੀ, ਹਲੇ ਮੇਰਾ ਕੋਈ ਗੀਤ ਵੀ ਨਹੀਂ ਸੀ ਆਇਆ। ਇੱਕ ਗੀਤ ਮੇਰਾ ਖਿਆਲ ਆਇਆ ਸੀ, ਉਹਨੂੰ ਵੀ ਗੱਡੀ ਰੋਕ ਕੇ ਉਹਨੂੰ ਮੈਂ ਜੱਫੀ ਪਾਈ ਤੇ ਹੌਸਲੇ ਦਿੱਤਾ ਸੀ। ਮੈਂ ਕਿਹਾ ਬਹੁਤ ਅੱਗੇ ਜਾਣਾ ਸਿੱਧੂ, ਬਹੁਤ ਗੁਰੂ ਮਹਾਰਾਜ ਦੀ ਕਿਰਪਾ ਹੋਣੀ ਹੈ। ਤੇ ਕਿਰਪਾ ਹੋਈ ਵੀ, ਆਪਾਂ ਸਾਰਿਆਂ ਨੇ ਦੇਖੀ ਵੀ।
पर अफसोस मैनू बस इस गल का रहूगा कि ये गल तो चलो अज मैं नहीं करता, पर अज जो मैं इस घरे जब मैं आया जिस दिन वो फुल चुगया, मैं अपने हथी चुगया, बस मैंने इस गल का बड़ा अफसोस रहूगा कि जिन्होंने हथी शगल पाने से जिन्हें विआह पे असीं पार्टियां करदियां सी, 100 साडियां विआहमंदियां भरावां दियां आपस च चलदियां सी, हां कैंप लावांगे, इत्थे जावांगे, उत्थे जावांगे, तूं भाई हफ्ता पहला आ जी, मैं तैनूं जान नहीं देना, तूं चंडीगढ़ में मैं तैनूं भजन देना, मैं तैनूं कुंडा ला के रख लूं, इहो जिहियां गल्लां करदा करदा अज आपां नूं दुख दे के गया। पर नाल नाल ये भी हौसला दे के गया कि जो उन्हें खट्टिया ਉਹਦੀ ਆਪਣੀ ਮਿਹਨਤ ਸੀ, ਕੋਈ ਸਿਫਾਰਿਸ਼ ਨਹੀਂ ਸੀ ਕਿਸੇ ਦੀ। ਪਹਿਲੇ ਦਿਨੋਂ ਜੋ ਉਹਨੇ ਖੱਟਿਆ ਆਪਣੇ ਟੈਲੈਂਟ ਦੇ ਸਿਰ ਤੇ ਖੱਟਿਆ। ਕੋਈ ਬੰਦਾ ਇੰਡਸਟਰੀ 'ਚ ਉੱਠ ਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਸਿੱਧੂ ਤੇ ਆਹ ਸਥਾਨ ਕੀਤਾ ਸੀ, ਸਿੱਧੂ ਤਾਂ ਚੱਲਿਆ ਸੀ। ਸਿੱਧੂ ਆਪਦੇ ਦਮ ਤੇ ਚੱਲਿਆ ਸੀ। ਮੈਨੂੰ ਆਪਦੇ ਭਰਾ ਤੇ ਮਾਣ ਹੈ। ਅੱਜ ਉਹ ਆਪਣੇ 'ਚ ਹੈ ਨਹੀਂ ਤਾਂ ਸਾਡਾ ਪੂਰਾ ਫਰਜ਼ ਹੈ, ਅਸੀਂ ਪੂਰੀ ਹਿੱਕ ਢਾਹ ਕੇ ਸਿੱਧੂ ਪਰਿਵਾਰ ਦੇ ਨਾਲ ਖੜਾ, ਮੈਂ ਆਪਦੇ ਪਰਿਵਾਰ ਨਾਲ ਖੜਾ। ਤੁਹਾਡੇ ਸਾਰਿਆਂ ਤੋਂ ਇਹੀ ਉਮੀਦ ਕਰਦਾ ਵੀਰੋ, ਤੁਸੀਂ ਸਿਆਣੇ ਹੋ, ਮੈਂ ਹਲੇ ਬੱਚਾ, ਮੇਰੀ ਉਮਰ ਕੋਈ ਬਹੁਤੀ ਨਹੀਂ ਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜਿਵੇਂ ਤੁਸੀਂ ਸਾਰੇ ਜਾਣਦੇ ਹੋ, ਆਪਣੇ ਤੇ ਮਾੜਾ ਸਮਾਂ ਚੱਲਦੇ ਨੂੰ ਲਗਭਗ 4 ਮਹੀਨੇ ਹੋ ਚੁੱਕੇ ਹੈ। ਔਰ ਪਿਛਲੇ ਜਿਹੜੀ ਆਪਾਂ ਕੈਂਡਲ ਮਾਰਚ ਵੀ ਕੱਢਿਆ ਸੀ, ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਪਰਿਵਾਰ ਦੀ ਤਰਫੋਂ ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਕਰਦਾ ਕਿ ਤੁਸੀਂ ਇੰਨਾ ਜ਼ਿਆਦਾ ਸਾਥ ਦਿੱਤਾ। ਤੁਹਾਡਾ ਸੁਨੇਹਾ ਸਰਕਾਰ ਤੱਕ ਬਹੁਤ ਵਧੀਆ ਤਰੀਕੇ ਨਾਲ ਗਿਆ ਔਰ ਤੁਹਾਡੇ ਲੋਕਾਂ ਦੇ ਵਿੱਚ ਜਿੰਨਾ ਜੋਸ਼ ਸੀ, ਜਦੋਂ ਮੈਂ ਅਦਾਲਤ ਮੰਡੀ 'ਚ ਬੋਲਿਆ ਮੈਨੂੰ ਐਂ ਲੱਗਦਾ ਸੀ ਵੀ ਜਿਵੇਂ ਮੇਰਾ ਕੋਈ ਸ਼ੈੱਡ ਭਰ ਫੜ ਜਾਵਾਂ, ਇੰਨੀ ਜੋਸ਼ ਨਾਲ ਤੁਹਾਡੀ ਆਵਾਜ਼ ਗਈ ਉੱਪਰੋਂ। ਤਾਂ ਇਹ ਦਰਸਾਉਂਦਾ ਸੀ ਦਿਨ ਤਾਂ ਭਾਵੇਂ ਰੋਜ਼ ਵੱਧਦੇ ਜਾਣੇ ਆ, ਪਰ ਜਿਹੜਾ ਜੋਸ਼ ਹੈ, ਜਿਹੜਾ ਗੁੱਸਾ ਹੈ, ਉਹ ਜਿਉਂਦਾ ਤਿਉਂ ਬਰਕਰਾਰ ਹੈ। ਔਰ ਇਹ ਗਰਮੀ ਆਪਾਂ ਕਾਇਮ ਵੀ ਰੱਖਣੀ ਹੈ, ਕਿਉਂਕਿ ਲੜਾਈ ਆਪਣੀ ਕਾਫੀ ਲੰਬੀ ਜਾਊਗੀ। ਜਿਹੜੇ ਢੰਗ ਨਾਲ ਕੇਸ ਦਾ ਫੈਲਾਅ ਹੋਇਆ, ਜਿਹੜੇ ਢੰਗ ਨਾਲ ਇਹਦੇ ਵਿੱਚ ਇਨਵੋਲਵਮੈਂਟ ਹੈ ਜਿਹੜੀ, ਉਹ ਬਹੁਤ ਦੂਰੋਂ ਬਾਹਰਲੇ ਸੂਬਿਆਂ ਦੀ, ਬਾਹਰਲੀਆਂ ਸਟੇਟਾਂ ਦੀ, ਬਾਹਰਲੇ ਮੁਲਕਾਂ ਦੇ ਨਾਲ ਜੁੜੇ ਹੋਏ ਲੋਕਾਂ ਦੀ ਹੈ। ਸੋ ਸਮਾਂ ਲੱਗਣਾ, ਟਾਈਮ ਲੱਗਣਾ ਸੁਭਾਵਿਕ ਹੈ। ਆਪਾਂ ਵੀ ਜਾਬਤੇ 'ਚ ਰਹਿੰਦੇ ਹੋਏ ਇਸ ਗੱਲ ਦਾ ਮੰਗਣਾ ਕਰਦੇ ਰਵਾਂਗੇ ਔਰ ਜਸਟਿਸ ਲੈ ਕੇ ਛੱਡਾਂਗੇ, ਸਾਡਾ ਰਾਈਟ ਵੀ ਹੈ। ਬਾਕੀ ਵੀਰੋ, ਜਸਟਿਸ ਨਾ ਮਿਲਣ ਵਾਲੀ ਗੱਲ ਤਾਂ ਤੁਸੀਂ ਦਿਮਾਗ 'ਚੋਂ ਗੱਲ ਕੱਢ ਦਿਓ, ਕਿਉਂਕਿ ਜਿਹੜਾ ਕਤਲ ਹੋਇਆ ਇੱਕ ਸਾਧ ਬੰਦੇ ਦਾ ਹੋਇਆ। ਕਿਉਂਕਿ ਜ਼ੁਲਮ ਦੀ ਵੀ ਕੋਈ ਸੀਮਾ ਹੁੰਦੀ ਹੈ, ਕਿੱਥੋਂ ਤੱਕ ਹੋ ਸਕਦਾ, ਕਿੱਥੋਂ ਤੱਕ ਨਹੀਂ ਹੋ ਸਕਦਾ। ਪਰ ਇਸ ਵਾਰ ਇਹਨਾਂ ਨੇ ਸਾਰੀਆਂ ਹੱਦਾਂ ਹੀ ਤੋੜਤੀਆਂ। ਇਹਨਾਂ ਨੇ ਕਿਹੋ ਜਿਹੇ ਭਲੇ ਮਾਨਸ ਬੰਦੇ ਨੂੰ ਮਾਰਤਾ ਜਿਹਨੂੰ ਕੋਈ ਖੌਫ ਹੀ ਨਹੀਂ ਸੀ। ਜੇ 1% ਵੀ ਉਹਦੇ ਦਿਮਾਗ ਦੇ ਵਿੱਚ ਦੁਸ਼ਮਣੀ ਵਰਗਾ ਕੋਈ ਵਿਚਾਰ ਚੱਲਦਾ ਹੁੰਦਾ ਤਾਂ ਵੀਰੋ ਉਹ ਘਰੋਂ ਬਾਥਰੂਮ ਚੱਪਲਾਂ ਪਾ ਕੇ 100 ਰੁਪਏ ਦੀਆਂ ਸ਼ਹਿਰ ਨਹੀਂ ਜਾਂਦਾ ਸੀ। ਉਹਨੂੰ ਲੱਗਦਾ ਸੀ ਮੇਰਾ ਇਸ ਦੁਨੀਆ ਤੇ ਕੋਈ ਦੁਸ਼ਮਣ ਨਹੀਂ ਹੈ। ਉਹਨੇ ਤਾਂ ਵੀਰੋ ਅੱਜ ਤੋਂ ਬਾਅਦ ਦਾ ਜਿਹੜਾ ਜੀਵਨ ਸੀ, ਉਹਦਾ 28 ਸਾਲ ਜ਼ਿੰਦਗੀ ਉਹਨੇ ਆਪਣੇ ਪਰਿਵਾਰ ਲਈ, ਮਾਪਿਆਂ ਲਈ ਜੋਈ ਸੀ। ਪਰ ਜਿਵੇਂ ਉਹਨੇ ਮੇਰੇ ਨਾਲ ਗੱਲਾਂ ਕੀਤੀਆਂ, ਮੈਨੂੰ ਆਪਣੇ ਮਨਸੂਬੇ ਦੱਸਦਾ ਸੀ, ਉਹਦੀ ਮਨਸ਼ਾ ਤਾਂ ਇਹੀ ਸੀ ਕਿ ਇਸ ਤੋਂ ਬਾਅਦ ਮੈਂ ਹਲਕੇ ਦਾ ਪੁੱਤ ਬਣ ਕੇ ਦਿਖਾਵਾਂ, ਮੈਂ ਇਲਾਕੇ ਦਾ ਪੁੱਤ ਬਣ ਕੇ ਦਿਖਾਵਾਂ। ਸ਼ੁਰੂ ਤੋਂ ਹੀ ਆਪਣੇ ਆਪ ਨੂੰ ਟਿੱਬਿਆਂ ਦਾ ਪੁੱਤ ਦੱਸਣ ਵਾਲਾ ਪਿੰਡ ਮੇਰਾ ਮੁਸਤਾ ਮਾਨਸਾ ਦਾ ਏਰੀਆ, ਟਿੱਬਿਆਂ ਦੇ ਵਿੱਚ ਪਿੰਡ ਕੋਲੇ ਮਾਲੀ ਜੱਟ ਦੀ ਹਿੰਡ ਕੋਲੇ ਉਹਨੇ ਹਰ ਇੱਕ ਦੇ ਸ਼ਬਦ ਦੇ ਨਾਲ ਆਪਦੇ ਇਲਾਕੇ ਨੂੰ ਸਜਦਾ ਕੀਤਾ। ਆਪਣੇ ਪਛੜੇ ਹੋਏ ਇਲਾਕੇ ਦਾ ਦਾਗ ਧੋਣ ਲਈ ਉਹਨੇ ਕੁਛ ਪਰਨ ਕੀਤੇ।
ਕਾਸ਼ ਉਹਨੂੰ 2-4 ਸਾਲ ਦਾ ਸਮਾਂ ਮਿਲ ਜਾਂਦਾ ਤਾਂ ਵੀਰੋ ਮਾਨਸਾ ਜ਼ਿਲ੍ਹੇ ਦੀ ਤਸਵੀਰ ਹੀ ਕੁਛ ਹੋਰ ਹੋਣੀ ਸੀ। ਸ਼ਾਇਦ ਉਹਨੂੰ ਦਿਖਾਈ ਦਿੰਦਾ ਸੀ ਵੀ ਮੇਰੇ ਕੋਲ ਸਮਾਂ ਥੋੜਾ ਹੈ। ਉਹਨੇ ਫਟਾਫਟ ਗਾਇਕੀ ਵੀ ਕੀਤੀ, ਬੁਲੰਦੀਆਂ ਨੂੰ ਵੀ ਛੂਹਿਆ, ਪੋਲੀਟੀਕਲ 'ਚ ਵੀ ਹੱਥ ਪੈਰ ਮਾਰੇ, ਮੈਂ ਇੱਧਰੋਂ ਵੀ ਕਰ ਲਾ ਇੱਧਰੋਂ। ਮਤਲਬ ਉਹਨੇ ਕੋਸ਼ਿਸ਼ਾਂ ਬਹੁਤ ਕਰੀਆਂ ਵੀ ਮੇਰੇ ਕੋਲ ਸਮਾਂ ਥੋੜਾ ਹੈ, ਕੰਮ ਜ਼ਿਆਦਾ ਹੈ। ਪਰ ਇੰਨਾ ਥੋੜਾ ਸਮਾਂ, ਇੰਨਾ ਸ਼ਾਇਦ ਅਸੀਂ ਕਦੇ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਾਇਆ ਸੀ। ਇਲੈਕਸ਼ਨ ਲੜਨਾ ਵੀ ਉਹਦਾ ਇੱਕੋ ਇੱਕ ਮਨਸਬ ਸੀ ਵੀ ਜਿੱਥੇ ਮੇਰੇ ਕੋਲੇ ਇਕਨੋਮੀ ਤੋਂ ਮਜ਼ਬੂਤ ਹੈ, ਮੈਂ ਪੈਸਾ ਕਮਾ ਸਕਦਾ ਤਾਂ ਮੈਨੂੰ ਪੋਲੀਟੀਕਲ ਪਾਵਰ ਦੇ ਵਿੱਚ ਹੋਊਗਾ ਤਾਂ ਇੱਧਰੋਂ ਵੀ ਮੈਂ ਕੰਮ ਛੇਤੀ ਕਰ ਲੂੰਗਾ। ਹਸਪੀਟਲ ਦਾ ਉਹਦਾ ਬੜਾ ਵੱਡਾ ਸੁਪਨਾ ਸੀ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਉਸ ਹਸਪੀਟਲ ਤੋਂ ਪਹੁੰਚਿਆ ਵੀ ਨਹੀਂ ਗਿਆ ਜਿਹਦੀ ਉਹ ਕਾਮਨਾ ਕਰਦਾ ਸੀ ਕਿ ਸੁਪਰ ਸਪੈਸ਼ਲਿਟੀ ਹਸਪਤਾਲ ਬਣੇ, ਇੱਥੇ ਹਰ ਇੱਕ ਮਜਲੂਮ ਦਾ ਬੜਾ ਸੌਖੇ ਤਰੀਕੇ ਨਾਲ ਇਲਾਜ ਹੋ ਜਾਏ, ਪਰ ਉੱਥੇ ਉਹ ਖੁਦ ਨਹੀਂ ਪਹੁੰਚ ਸਕਿਆ। ਸਮਾਂ ਜ਼ਿਆਦਾ ਹੋ ਗਿਆ, ਗੋਲੀਆਂ ਜ਼ਿਆਦਾ ਲੱਗ ਗਈਆਂ, ਪਹੁੰਚਣ ਤੋਂ ਪਹਿਲਾਂ ਹੀ ਸ਼ਰੀਰ ਤੇ ਆ ਗਿਆ। ਹੁਣ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਇੱਕੋ ਬੇਨਤੀ ਹੈ, ਤੁਸੀਂ ਬੁਖਲਾਹਟ 'ਚ ਨਹੀਂ ਆਉਣਾ। ਆਪਾਂ ਬੜੀ ਵਧੀਆ ਤਰੀਕੇ ਦੇ ਨਾਲ ਇਹ ਲੜਾਈ ਲੜਾਂਗੇ ਔਰ ਆਪਾਂ ਹਰ ਇੱਕ ਜਗ੍ਹਾ ਤੇ ਪਹੁੰਚਾਂਗੇ ਜਿੱਥੇ ਆਪਾਂ ਨੂੰ ਜਾਣਾ ਚਾਹੀਦਾ। ਇਹ ਮਨ 'ਚ ਇਹਨਾਂ ਵਿਸ਼ੇਸ਼ ਲੋਕਾਂ ਦੇ ਨਹੀਂ ਹੈਗੇ ਜਿਨ੍ਹਾਂ ਨੇ ਕੋਈ ਜਸਟਿਸ ਦੀ ਗੱਲ ਨਹੀਂ ਕਰਨੀ, ਕੋਈ ਇਨਸਾਫ ਦੀ ਗੱਲ ਨਹੀਂ ਕਰਨੀ ਔਰ ਗੈਂਗਸਟਰ ਵੀਰੋ ਸਰਕਾਰੀ ਮਹਿਮਾਨ ਬਣ ਕੇ ਤੁਹਾਡੇ ਸਾਹਮਣੇ ਸਾਰੇ ਕਾਨੂੰਨਾਂ ਦਾ ਫਾਇਦਾ ਚੁੱਕ ਰਿਹਾ ਜਿਹੜੇ ਸਾਡੇ ਆਮ ਲੋਕਾਂ ਲਈ ਬਣੇ ਸੀ। ਇਹਨਾਂ ਕਾਨੂੰਨਾਂ ਨੇ ਰੱਖਿਆ ਸਾਡੀ ਕਰਨੀ ਸੀ। ਸਾਡੇ ਧੀ ਪੁੱਤ ਜਿਹੜੇ ਬਿਨਾਂ ਰੱਖਿਆ ਤੋਂ, ਬਿਨਾਂ ਜੈਕਟਾਂ ਪਾਏ ਤੋਂ, ਬਿਨਾਂ ਕੋਈ ਸੁਰੱਖਿਆ ਪ੍ਰੀਕਾਸ਼ਨ ਲਏ ਤੋਂ ਵੱਟਾਂ ਡੋਲਾਂ ਤੇ ਆਪਦੇ ਕਾਰੋਬਾਰ, ਕੋਈ ਟਰੱਕ ਲਈ ਫਿਰਦਾ, ਕੋਈ ਗੱਡੀ ਲਈ ਫਿਰਦਾ, ਆਪਦਾ ਪਰਿਵਾਰ ਪਾਲਣ ਲਈ ਜੁਗਾੜ ਕਰਦੇ ਆ, ਸੁਰੱਖਿਆ ਉਹਨਾਂ ਲੋਕਾਂ ਨੂੰ ਦੇਣੀ ਸੀ। ਦਿੱਤੀ ਕਿਹਨੂੰ ਜਾ ਰਹੀ ਹੈ? ਲਾਰੈਂਸ ਨੂੰ, ਜੱਗੂ ਨੂੰ, ਜਿਨ੍ਹਾਂ ਦੇ ਉੱਤੇ 64 ਪਰਚੇ ਨੇ ਜੱਗੂ ਤੇ। ਲਾਰੈਂਸ ਦੇ ਤਾਂ 100 ਹੀ ਹੋਊਗਾ। 100 ਬੰਦਾ ਮਾਰਨ ਵਾਲੇ ਬੰਦੇ ਦੇ ਮੁਲਕੀ ਅਧਿਕਾਰ ਹੋ ਸਕਦੇ ਆ। ਬੜੀ ਸੋਚਣ ਵਾਲੀ ਗੱਲ ਹੈ। ਸਾਡਾ ਸੰਵਿਧਾਨ ਜਦੋਂ ਲਿਖਿਆ ਉਹ ਅੰਬੇਦਕਰ ਨੇ ਕਦੇ ਨਹੀਂ ਸੋਚਿਆ ਹੋਣਾ ਵੀ ਕਦੇ ਇਹਦੀ ਵਰਤੋਂ ਇਸ ਤਰੀਕੇ ਨਾਲ ਵੀ ਹੋਊਗੀ। ਲਾਰੈਂਸ ਲੱਖ ਰੁਪਏ ਦੇ ਵੋਟ ਪਾ ਕੇ ਪੇਛੀ ਤੇ ਆਉਂਦਾ, ਮੇਰਾ ਪੁੱਤ 100 ਰੁਪਏ ਦੀ ਚੱਪਲਾਂ ਪਾਈ ਫਿਰਦਾ ਸੀ ਜਦੋਂ ਗੋਲੀਆਂ ਨਾ ਪੁੰਨਤਾ। ਔਰ ਇਹਨਾਂ ਨੇ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਖੋਹ ਕੇ ਕੱਢਣੇ ਆ। ਅਸੀਂ 10-9 ਦੀ ਕਮਾਈ ਕਰਦੇ ਸੀ, 2 ਕਰੋੜ ਰੁਪਏ ਸਰਕਾਰ ਦਾ ਟੈਕਸ ਭਰਦੇ ਸੀ। ਕਿਹੜਾ ਮਾਪਾ ਆਪਣੇ ਬੱਚੇ ਨੂੰ ਕਹੂਗਾ ਵੀ ਤੂੰ ਇੱਥੇ ਰਹਿ ਕੇ ਸਿੱਧੂ ਵਾਂਗੂ ਸੇਵਾ ਕਰ? ਹਰੇਕ ਕਹੂਗਾ ਬਗ ਜਾ ਭਾਈ ਦੇ 4 ਪੈਸੇ ਕਮਾਉਣਾ ਤੇ ਕਿਤੇ ਜਾ ਕੇ ਦਿਹਾੜੀ ਕਰਨੀ ਹੈ, ਉੱਥੇ ਹੀ ਕਰ ਜਾ ਕੇ ਜਿੱਥੇ ਮਾਪਿਆਂ ਦੇ ਕੋਲੇ ਸ਼ਾਮ ਨੂੰ ਆ ਜਾਵਾਂਗੇ। ਮੈਂ ਹਰ ਇੱਕ ਮੰਚ ਤੋਂ ਇੱਕੋ ਹੀ ਗੱਲ ਪੁੱਛਦਾ ਵੀ ਸਾਡਾ ਕਸੂਰ ਦੱਸ ਦਿਓ ਕੀ ਹੈ? ਸਾਡੀ ਸੁਰੱਖਿਆ ਦੇ ਵਿੱਚ ਕਟੌਤੀ ਕਿਉਂ ਕੀਤੀ? ਇਹ ਮੈਂ ਸਰਕਾਰ ਨੂੰ ਵੀ ਸਵਾਲ ਪੁੱਛਦਾ। ਜੇ ਕਰ ਹੀ ਦਿੱਤੀ ਸੀ ਤਾਂ ਅਨਾਉਂਸ ਕਰਨ ਦੀ ਕੀ ਲੋੜ ਪੈ ਗਈ ਸੀ? ਸੋ ਇਹ ਗੱਲਾਂ ਕਈ ਵਾਰੀ ਹੋ ਗਈਆਂ, ਹੁਣ ਆਪਾਂ ਵਾਰੀ-ਵਾਰੀ ਉਹੀ ਰਾਮ ਕਹਾਣੀ ਪਾਈ ਜਾਈਏ, ਉਹ ਵੀ ਚੰਗੀ ਨਹੀਂ। ਪਰ ਤੁਸੀਂ ਡਟੇ ਰਹੋ। 10 ਕਦੇ ਵੀ ਤੁਹਾਨੂੰ ਯਾਦ ਕਰੇ, ਸਿਰ ਤੇ ਹੱਥ ਰੱਖਿਓ। 1-2 ਗੱਲਾਂ ਹੋਰ ਜਿਹੜੀਆਂ ਤੁਹਾਨੂੰ ਅਵੇਅਰ ਕਰਨ ਵਾਲੀਆਂ ਮੈਂ ਕਰਦਾ। ਇੱਕ ਤਾਂ ਸਾਡੇ ਕਲਾਕਾਰ ਭਾਈਚਾਰੇ ਤੋਂ ਬਚਿਓ। ਹੁਣ ਹਰ ਇੱਕ ਦਾ ਜਿਹਦੀ ਮੈਂ ਸੁਣਦਾ, ਮੇਰੀ ਸਿੱਧੂ ਨਾਲ ਆਹ ਗੱਲ ਹੋਈ ਸੀ, ਸਿੱਧੂ ਮੈਨੂੰ ਆਹ ਕਹਿੰਦਾ ਹੁੰਦਾ ਸੀ, ਸਿੱਧੂ ਨੇ ਮੈਨੂੰ ਆਹ ਗਾਣਾ ਤਿਆਰ ਕਰਾਇਆ ਸੀ। ਕੋਈ ਭਰਾਵੋ, ਇਹ ਸਾਰੀਆਂ ਗੱਲਾਂ ਫੇਕ ਨੇ। ਕਿਸੇ ਦੀ ਗੱਲ ਦੇ ਉੱਤੇ ਕੋਈ ਵਿਸ਼ਵਾਸ ਨਾ ਕਰਿਓ। ਕੋਈ ਕਹਿੰਦਾ ਆਹ ਗਾਣਾ ਤਾਂ ਮੈਨੂੰ ਦਿੱਤਾ ਹੋਇਆ ਸੀ, ਮੇਰਾ ਤਾਂ ਸਿੱਧੂ ਨਾਲ ਭਾਈਆਂ ਵਾਲਾ ਸੀ, ਮੇਰਾ ਤਾਂ ਉਹਦੇ ਨਾਲ ਕਮਿਟਮੈਂਟ ਹੋਈ ਸੀ। ਇਹਨਾਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੈ।
मैं सिद्धू का जिथे प्यो सी, मैं सिद्धू का भरा भी सी, मैं सिद्धू का दोस्त भी सी। ਇਹੋ ਜੀ ਕੋਈ ਵੀ ਉਹਦੀ ਪਰਸਨਲੀ ਨਿੱਜੀ ਗੱਲ ਵੀ ਇਹ ਨਹੀਂ ਸੀ ਜਿਹੜੀ ਮੈਨੂੰ ਸਿੱਧੂ ਨੇ ਕਦੇ ਨਾ ਦੱਸੀ ਹੋਵੇ। ਸਿੱਧੂ ਕਦੇ ਆਪਣੇ ਬੈੱਡ ਤੇ ਨਹੀਂ ਗਿਆ ਸੀ ਅੱਧਾ ਘੰਟਾ ਮੇਰੇ ਨਾਲ ਸੁੱਤੇ ਪਏ ਬਿਨਾਂ। ਸੋ ਦਿਨ ਦੀ ਜਿੰਨੀ ਉਹਦੇ ਕੋਈ ਡਾਕ ਹੁੰਦੀ, ਕੋਈ ਮੋਟੀ ਮੋਟੀ ਗੱਲ ਕਰੀ, ਬਾਪੂ ਆ 2 ਮਿੰਟਾਂ 'ਚ ਮੇਰੇ ਕੰਮ ਦੀ ਗੱਲ ਕਰ ਜਾਂਦਾ ਸੀ ਸਾਰੀ। ਸੋ ਤੁਸੀਂ ਪੈਸਿਆਂ ਦੇ ਭੁੱਖੇ ਹੋ, ਹੁਣ ਲੋਕਾਂ ਨੂੰ ਭੁਲੇਖੇ ਨਾ ਪਾਓ। ਸਿੱਧੂ ਨੂੰ ਪਿਆਰ ਕਰਨ ਵਾਲੇ ਸਾਰੇ ਜਾਣਦੇ ਆ ਸਿੱਧੂ ਕੀ ਸੀ। ਤੁਸੀਂ 4 ਛਿੱਲੜਾਂ ਦੀ ਖਾਤਰ ਹੁਣ ਰਿਸ਼ਤੇ ਨਾ ਵਧਾਓ। ਸਿੱਧੂ ਜਿੱਥੇ ਜਿਹੜੇ ਕਲਾਕਾਰ ਨਾਲ ਜਿਹੋ ਜਿਹਾ ਵਤੀਰਾ ਛੱਡ ਕੇ ਗਿਆ ਉੱਥੇ ਹੀ ਖੜੂੰਗਾ, ਨਾ ਉਹ ਤੋਂ ਅੱਗੇ ਹੋਵਾਂ ਨਾ ਉਹ ਤੋਂ ਪਿੱਛੇ ਹੋਵਾਂ। ਜੇ ਉਹ ਕਿਸੇ ਨਾਲ ਚੰਗਾ ਸੀ ਤਾਂ ਉਹਦੇ ਨਾਲ ਮੈਂ ਵੀ ਚੰਗਾ, ਜੇ ਉਹ ਕਿਸੇ ਨਾਲ ਮਾੜਾ ਸੀ ਤਾਂ ਉਹਦੇ ਨਾਲ ਮੈਂ ਵੀ ਮਾੜਾ। ਜਿੱਥੇ ਖੜਾ ਗਿਆ, ਜਿੱਥੇ ਪੋਲੀਟੀਕਲ ਤੌਰ ਖੜਾ ਗਿਆ, ਜਿੱਥੇ ਉਹ ਛੱਡ ਗਿਆ ਉੱਥੇ ਹੀ ਪਹਿਰਾ ਦੇਊਂਗਾ। ਹੁਣ ਜਗ੍ਹਾ ਜਗ੍ਹਾ ਤੇ ਟਰਸਟ ਬਣੀ ਜਾਂਦੇ ਆ ਵੀਰੋ। ਕਈ ਵੀਰ ਮੈਂ ਨੀਚੇ ਕਮੈਂਟ ਪੜਦਾ, ਬਾਈ ਜੀ ਨੰਬਰ ਭੇਜੋ, ਖਾਤਾ ਭੇਜੋ। ਦੇਖੋ ਤੁਸੀਂ ਦਾਨ ਕਰਨਾ ਤੁਹਾਡੀ ਆਪਣੀ ਮਾਇਆ, ਜਿਹਨੂੰ ਮਰਜ਼ੀ ਕਰੋ, ਮੈਂ ਨਹੀਂ ਕਹਿੰਦਾ, ਪਰ ਸਿੱਧੂ ਪਰਿਵਾਰ ਕਿਸੇ ਤੋਂ ਪੈਸਾ ਨਹੀਂ ਮੰਗਦਾ। मेरा पुत मैनू बादशाह बना के गया, मैंने सब कुछ दुनिया की सुख सहूलत, जमीन जायदाद, महल माड़ियां कारां गड्डियां, जो दुनिया की सहूलत मैनू मेरा बच्चा दे के गया। तो मेरा किसी अगे हाथ फैलाउण दा मतलब ही नहीं है। मैनू बहुत बाहरों फोन आउंदे है, तुसीं दसो असीं की करिए। मैं उन्होंने कहना भी देखो मैं तो पैसा नहीं मंगदा, पैसा मैं उस दिन मंगूंगा जिद्दन मेरी गवर्नमेंट ਨਾਲ ਕੋਈ ਗੱਲ ਹੋ ਜਾਂਦੀ ਹੈ। ਜਿਸ ਤਰ੍ਹਾਂ ਸਿੱਧੂ ਹਸਪਤਾਲ ਦੀ ਗੱਲ ਕਰਦਾ ਸੀ, ਸਰਕਾਰ ਆਪਾਂ ਨੂੰ ਕੋਈ ਵੀ ਸਟਾਫ ਅਸੀਂ ਦੇ ਦਾਂਗੇ, ਡਾਕਟਰ ਅਸੀਂ ਦੇ ਦਾਂਗੇ, ਤੁਸੀਂ ਬਿਲਡਿੰਗ ਖੜੀ ਕਰ ਲਓ। ਫਿਰ ਆਪਣਾ ਭਾਵੇਂ 50 ਕਰੋੜ ਲੱਗੇ, ਫਿਰ ਆਪਣਾ ਭਾਵੇਂ 100 ਕਰੋੜ ਲੱਗੇ, ਫਿਰ ਮੈਂ ਤੁਹਾਨੂੰ ਸਾਰੇ ਆਪਣੇ 16 ਲੱਖ ਮਿਲੀਅਨ ਫੋਲੋਅਰ ਹੈ, ਜੇ ਆਪਾਂ 1 ਰੁਪਈਆ ਪਾਵਾਂਗੇ ਨਾ ਤਾਂ ਵੀ 16 ਮਿਲੀਅਨ ਇਕੱਠੇ ਕਰ ਦੇਵਾਂਗੇ। ਠੀਕ ਹੈ, ਪਰ ਆਪਾਂ ਇਸ ਪਾਵਰ ਦਾ ਮਿਸਯੂਜ਼ ਨਹੀਂ ਹੋਣ ਦੇਣਾ। मेरा तुहाडे नाल वादा है, मैं इस गल दे उत्ते खरा 100% ईमानदारी नाल पेश आऊंगा। कदे भी आपां नूं हराम होगा जी इस पैसे दे विचों 1 रुपया भी कदे किसी निजी पर्पज लिए मैं घर चों सिद्धू की कमाई चों ਉਹਦੇ पैसे पाऊंगा, ना कि ਉਹਦੇ चों कटूंगा। ये मेरा अपना और मेरे जाने वाले बच्चे की आत्मा ये गल मैनूं कहंदी है कि मैं इस तरह करा। पर आप काह नहीं कोई करनी, हाले अपना सारा काम ही खिलरिया पिया। हाले सिद्धू दी अपनी कंपनियां, ਉਹਦਾ अपना कारोबार ਜਿਹੜਾ मैं विश्व भर च फैलिया होया वो सारा समेटना है। साल तो सहजे लग जाता है, साल तो आप तो अफसोस चों नहीं निकलिया जाना। सो कोई काम करांगे आप तसल्ली नाल करांगे। आ ट्रस्ट वालियां तो बचो। मेरी फैमिली का, मेरे परिवार का किसी ट्रस्ट नाल कोई लिंक नहीं, एवें गुनाह ना हो। बहुत कुछ हो जाता है, वो गाने भी छेड़छाड़ हो जाए, लोग वो गाने चकते आपके चैनलों से पा लेंगे। घट्टो घट्ट सैकड़े हजे आप रिमूव कर चुके हैं यूट्यूब के उत्तों। चलो माड़े बंदे ने भाई माड़ा ही करना, पहला भी माड़ा नहीं माड़ा ही किया, वो हुण भी करते रहेंगे। चलो जिन्नी जोगे आप जंग लड़ते रहेंगे, घबराना नहीं, बड़ी शांति नाल जिवें केंद्र मार्च कढ़िया, अपनी उम्मीद तो भी ज्यादा आप पब्लिक का समर्थन मिले। चलो जे विचों कुछ भाई नहीं भी आए, वाह भली। इंडस्ट्री नाल सिद्धू भी सिंगली चलता सी, एक इंडस्ट्री सारी एक पासे ते सिंह अपना कला एक पासे। दबिया नहीं, डरिया नहीं, जिन्ना कत्ती तौर नाल अगे कालपुरख की मर्जी जिन्हें साह देने वाली मर्जी ते आपां भी उसे ਉਹਦੇ ਜਿਹੜੇ ਰਾਹ ਆਪਾਂ ਨੂੰ ਦਿੱਤੇ ਹੋਏ ਨੇ ਉਸੇ ਤੇ ਚੱਲਾਂਗੇ। ਉਹਦੀ ਸੋਚ ਤੋਂ ਟਸ ਤੋਂ ਮਸ ਨਹੀਂ ਹੋਵਾਂਗੇ ਬਿਲਕੁਲ ਵੀ। ਤੁਹਾਡੇ ਨਾਲ ਮੇਰਾ ਵਾਅਦਾ ਹੈ ਇਸ ਗੱਲ ਦਾ, ਪਰ ਅਹਵਾਹਾਂ ਤੋਂ ਤੁਸੀਂ ਬਚਣਾ ਸਾਰੇ। ਇੰਨੀ ਕਿ ਬੇਨਤੀ ਕਰਦਾ, ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹੋਵਾਂ ਤਾਂ ਮਾਫੀ ਚਾਹੂੰਗਾ। ਸੰਗਤ ਮਾਫ ਕਰਨ ਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅੱਜ ਸਾਨੂੰ ਲੱਗਦਾ ਸੀਗਾ ਵੀ
ਕੈਂਡਲ ਮਾਰਚ ਵਾਲੇ ਦਿਨ ਕਾਫੀ ਸੰਗਤ ਇਕੱਠੀ ਹੋਈ ਸੀ ਵੀ ਅੱਜ ਐਤਵਾਰ ਕਰਕੇ ਅਸੀਂ ਵੀ ਥੋੜੇ ਜਿਹੇ ਲੇਟ ਉੱਠੇ ਵੀ ਚੱਲ ਹੋ ਸਕਦਾ ਵੀ ਥੋੜਾ ਜਿਹਾ ਇਕੱਠ ਘੱਟ ਹੋਵੇ, ਪਰ ਬੜੀ ਮਾਣ ਵਾਲੀ ਗੱਲ ਹੈ, ਖੁਸ਼ੀ ਦੀ ਗੱਲ ਹੈ ਕਿ ਤੁਹਾਡਾ ਜਿਹੜਾ ਇਕੱਠ ਹੈ ਜਿਉਂ ਦੀ ਤਿਉਂ ਬਰਕਰਾਰ ਹੈ। ਤੁਸੀਂ ਸਿੱਧੂ ਦਾ ਪਰਿਵਾਰ ਹੋ, ਸਾਡਾ ਪਰਿਵਾਰ ਹੋ। ਬਾਕੀ ਗੱਲ ਰਹੀ ਰਾਜੇ ਜਿਹੜੇ ਆ ਸਿੰਗਰਾਂ ਬਾਰੇ, ਆਪਾਂ ਇਹਨਾਂ ਨੂੰ ਕੁਛ ਨਹੀਂ ਬੋਲਣਾ ਸਿੰਗਰਾਂ ਨੂੰ ਕਿਸੇ ਨੂੰ, ਹਨਾ। ਕੋਈ ਕੁਛ ਕਰਦਾ ਖਾੜੇ ਲਾਵੇ, ਸ਼ੋਅ ਲਾਵੇ, ਕੋਈ ਗੀਤ ਬਣਾਵੇ, ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ। ਹੁਣ ਕਹਿੰਦੇ ਹੈਗੇ ਵੀ ਸਿੱਧੂ ਨੂੰ ਟ੍ਰਿਬਿਊਟ ਨਹੀਂ ਵੀ ਦਿੱਤਾ ਹੈਗੀ ਵੀ ਇਹਨਾਂ ਨੇ 2 ਸ਼ਬਦ ਲਿਖ ਕੇ ਨਹੀਂ ਪਾਏ। ਆਪਾਂ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਆਪਣਾ ਪਰਿਵਾਰ ਬਹੁਤ ਵੱਡਾ। ਸਿੱਧੂ ਪਹਿਲਾਂ ਵੀ ਇਕੱਲਾ ਸੀ, ਉਹਦੇ ਨਾਲ ਸਾਰਾ ਉਹਦਾ ਪਰਿਵਾਰ ਸੀ। ਸਿੱਧੂ ਹੁਣ ਵੀ ਇਕੱਲਾ ਹੀ ਹੈ, ਆਪਾਂ ਵੀ ਇਕੱਲੇ ਹਾਂ। ਆਪਾਂ ਨੂੰ ਉਹਨਾਂ ਦੀ ਸਹਿਮਤੀ ਲੈਣ ਦੀ ਕੋਈ ਜ਼ਿਆਦਾ ਲੋੜ ਨਹੀਂ ਹੈਗੀ। ਮੈਂ ਉਦੋਂ ਵੀ ਕਿਹਾ ਸੀ ਵੀ ਨਾ ਤਾਂ ਅਸੀਂ ਕੋਈ ਐਂ ਕਹਿੰਦੇ ਵੀ ਉਹ ਸਾਡਾ ਰਾਗ ਲਾਪੀ ਜਾਣ ਵੀ ਸਿੱਧੂ ਨੂੰ ਆਹ ਹੋ ਗਿਆ ਜੀ, ਸਿੱਧੂ ਨੂੰ ਐਂ ਹੋ ਗਿਆ ਜੀ, ਆਪਾਂ ਇਹ ਵੀ ਨਹੀਂ ਕਹਿੰਦੇ। ਪਰ ਮੈਂ ਉਦੋਂ ਇਹ ਆਖਿਆ ਸੀ ਵੀ ਸਟੇਜਾਂ ਤੇ ਜਾ ਕੇ ਉਹਦਾ ਨਾਂ ਲੈ ਕੇ ਥਾਪੀਆਂ ਨਾ ਮਾਰਨ। ਬਸ ਥਾਪੀ ਤਾਂ ਇਕੱਲੇ ਸਿੱਧੂ ਦੀ ਸੀ, ਜਾਂ ਸਾਡੀ ਕਬੱਡੀ ਜਗਤ ਦੀ ਸੀ, ਜਾਂ ਜਿਹੜੇ ਬੱਚੇ ਡਿਗਰੀਆਂ ਲੈ ਕੇ ਮਾਣ ਨਾਲ ਥਾਪੀਆਂ ਮਾਰਦੇ ਨੇ ਉਹਨਾਂ ਦੀ ਸੀ। ਤੇ ਇਹਦੇ ਤੇ ਸਿੰਗਰਾਂ ਦਾ ਕੋਈ ਹੱਕ ਨਹੀਂ, ਸਿਰਫ ਸਿੱਧੂ ਦੀ ਹੱਕ ਸੀ। ਸਿੱਧੂ ਨੇ ਥਾਪੀ ਨੂੰ ਕਿੱਥੇ ਤੱਕ ਪਹੁੰਚਾਇਆ। ਜਦੋਂ ਬੱਚੇ ਡਿਗਰੀ ਲੈ ਕੇ ਥਾਪੀ ਮਾਰ ਕੇ ਬਾਹਰ ਨਿਕਲਦੇ, ਸਾਡੇ ਵਾਸਤੇ ਮਾਣ ਵਾਲੀ ਗੱਲ ਹੈ। ਗਰਾਊਂਡ 'ਚ ਥਾਪੀ ਵੱਜਦੀ ਹੈ, ਉਦੋਂ ਸਾਡਾ ਮਾਣ ਨਾਲ ਸਿਰ ਉੱਚਾ ਹੁੰਦਾ ਹੈ। ਪਰ ਜਦੋਂ ਸਿੰਗਰ ਮਾਰਦੇ ਆ ਨਾ, ਉਦੋਂ ਸਾਡਾ ਮਨ ਦੁਖੀ ਹੁੰਦਾ ਹੈ, ਕਿਉਂਕਿ ਜਿਉਂਦੇ ਨਾਲ ਉਹਦੇ ਨਾਲ ਕੋਈ ਵੀ ਨਹੀਂ ਖੜਿਆ। ਜਿਉਂਦੇ ਨੇ ਉਹਦੀਆਂ ਲੱਤਾਂ ਹੀ ਖਿੱਚੀਆਂ ਜਿਉਂਦੇ ਦੀਆਂ ਤਾਂ ਉਹਨਾਂ ਨੇ। ਇਹ ਜਿਹੜੇ ਹੁਣ ਫੇਸਬੁੱਕ ਤੇ ਕੁਛ ਵਿੱਚ ਹੈਗੇ ਆ ਛੱਡੇ ਹੋਏ, ਉਹਨਾਂ ਨੂੰ ਨਹੀਂ ਪਤਾ ਵੀ ਸਿੱਧੂ ਨਾਲ ਕੀ ਹੋਇਆ। ਉਹਨੇ 4 ਸਾਲ ਜਿਹੜੇ ਜੀਵਨ ਦੇ ਗੁਜ਼ਾਰੇ ਆਵੇ, ਉਹ ਜਾਂ ਤਾਂ ਸਾਨੂੰ ਮਾਂ ਪਿਓ ਨੂੰ ਪਤਾ ਹੈ ਵੀ ਉਹ ਕਿੰਨੇ ਪ੍ਰੈਸ਼ਰ ਦੇ ਵਿੱਚ ਰਹਿੰਦਾ ਸੀ, ਜਾਂ ਸਾਨੂੰ ਪਤਾ ਹੀ ਸਾਰਿਆਂ ਨੂੰ ਪਤਾ ਸੀ ਵੀ ਇੱਕ ਗਾਣਾ ਕੱਢਦਾ ਸੀ, ਉਹਦੇ ਚੋਂ ਹਜ਼ਾਰ ਟਿੱਪਣੀਆਂ ਕਰਕੇ ਤੇ ਉਹਨੂੰ ਵਿਚਾਰੇ ਨੂੰ ਇੰਨਾ ਖੱਜਲ ਕਰਦੇ ਸੀਗੇ ਇਹ ਲੋਕ। ਤੇ ਅੱਜ ਉਹ ਸਹਿਮਤੀਆਂ ਜਤਾਉਂਦੇ ਫਿਰਦੇ ਨੇ। ਆਪਾਂ ਨੂੰ ਉਹਨਾਂ ਦੀ ਸਹਿਮਤੀ ਦੀ ਕੋਈ ਲੋੜ ਨਹੀਂ। ਤੁਸੀਂ ਸਾਡਾ ਪਰਿਵਾਰ ਹੈਗੇ ਹੋ, ਸਾਨੂੰ ਤੁਹਾਡੇ ਨਾਲ ਸਭ ਕੁਝ ਮਾਣ ਮਿਲਦਾ ਹੈ, ਸਾਨੂੰ ਹੌਸਲਾ ਮਿਲਦਾ ਹੈ। ਤੁਹਾਡੇ ਸਹਾਰੇ ਅਸੀਂ ਜਾਣੀ ਕਿ ਰੋਜ਼ ਦਿਨ ਭਰ ਦਿਨ ਸਾਡਾ ਫਰਕ ਪੈਂਦਾ ਵੀ ਨਹੀਂ ਸਾਡਾ ਸਿੱਧੂ ਗਿਆ ਨਹੀਂ, ਸਾਡਾ ਸਿੱਧੂ ਤਾਂ ਇੰਨਾ ਹੀ ਦਿਸਦਾ ਸਾਨੂੰ। ਮੈਨੂੰ ਜਦੋਂ ਘਰ ਵੱਲ ਦੇਖਦੇ ਆ ਜਾਂ ਢਿੱਡ ਵੱਲ ਦੇਖਦੇ ਆ, ਉਦੋਂ ਤਾਂ ਸਾਨੂੰ ਲੱਗਦਾ ਹੈਗਾ ਵੀ ਸਾਡੇ ਕੋਲ ਤਾਂ ਕੁਝ ਨਹੀਂ ਰਿਹਾ। ਪਰ ਜਦੋਂ ਫੇਰ ਅਸੀਂ ਤੁਹਾਡੇ ਵੱਲ ਦੇਖਦੇ ਆ ਤੇ ਉਦੋਂ ਸਾਡਾ ਫੇਰ ਥੋੜਾ ਜਿਹਾ ਹੌਸਲਾ ਵੱਧਦਾ ਹੈ ਵੀ ਨਹੀਂ, ਸਿੱਧੂ ਆਪਾਂ ਨੂੰ ਬਹੁਤ ਕੁਝ ਛੱਡ ਕੇ ਗਏ। ਵਿੱਚ 2 ਦਿਨ ਹੋ ਗਏ ਮੈਂ ਕਮੈਂਟ ਜਿਹਾ ਪੜਿਆ, ਕਹਿੰਦੇ ਸਿੱਧੂ ਦਾ ਡੈਡੀ ਤਾਂ ਕਿ ਫੇਮ ਭਾਲਦਾ ਕਿ ਕਾਂਗਰਸ ਦਾ ਬੰਦਾ ਹੋਣ ਕਰਕੇ ਫੇਮ ਭਾਲਦਾ। ਦੇਖੋ ਕਿਸੇ ਦਾ ਨੌਜਵਾਨ ਪੁੱਤ ਮਰਿਆ ਹੋਵੇ ਤੇ ਇੱਥੇ ਵੀ ਪਾਰਟੀਬਾਜ਼ੀ ਕਰੂਗਾ ਉਹ ਬੰਦਾ। ਮੈਨੂੰ ਘਿਣ ਆਉਂਦੀ ਹੈ ਜੇ ਲੋਕਾਂ ਦੇ ਜਿਹੜੇ ਏਦਾਂ ਦੇ ਕਮੈਂਟ ਕਰਦੇ ਨੇ। ਸੋ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗੀ, ਭਰਾਵੋ ਸਾਡਾ ਪੁੱਤ ਮਰਿਆ ਹੋਇਆ ਹੈ, ਅਸੀਂ ਫੇਮ ਨਹੀਂ ਲੈਂਦੇ, ਅਸੀਂ ਤਾਂ ਦੁੱਖੜਾ ਰੋਂਦੇ ਹਾਂ ਲੋਕਾਂ ਦੇ ਅੱਗੇ ਵੀ, ਸਰਕਾਰਾਂ ਅੱਗੇ ਵੀ। ਹੁਣ ਸਾਰਾ ਕੁਝ ਸਰਕਾਰਾਂ ਦੇ ਹੱਥ ਹੈ, ਉਹ ਕੁਝ ਵੀ ਕਰ ਸਕਦੇ ਨੇ। ਜੇ ਉਹ ਪੁਲਿਸ ਨੂੰ ਪਾਵਰ ਦੇਣ ਸਭ ਕੁਝ ਹੋ ਸਕਦਾ ਹੈ। ਉਹ ਤਾਂ ਉਹਨਾਂ ਵਾਸਤੇ ਸਿਕਿਉਰਿਟੀਆਂ ਮੰਗੀ ਜਾਂਦੇ ਨੇ। ਜਿਹੜਾ ਬੰਦਾ ਸਾਡੇ ਬੱਚੇ ਦੀ ਮੌਤ ਤੇ ਹੀ ਮਖੌਲ ਉਡਾਉਂਦਾ ਸੀਗਾ ਵੀ ਪ੍ਰਿਆ ਵਰਤ ਦਾ ਟੋਪੀ ਵਾਲਾ ਕਿੱਲਾ ਹੈ, ਉਹਨੂੰ ਵਕੀਲਾਂ ਦੇ ਪੈਰਾਂ ਦੇ ਵਿੱਚ ਸ਼ਾਮਲ ਕਰਤਾ। ਕੀ ਅਸੀਂ ਸੋਚਾਂਗੇ ਵੀ ਸਾਨੂੰ ਇਨਸਾਫ ਮਿਲੂਗਾ ਉੱਥੋਂ? ਜਿਹੜੇ ਬੰਦੇ ਨੇ ਸਾਨੂੰ ਸਾਡੀ ਸਿਕਿਉਰਿਟੀ ਵਾਪਸ ਲੈ ਕੇ ਸਾਡੀ ਜਨਤਕ ਕੀਤੀ, ਉਹ ਬੰਦੇ ਨੂੰ ਚੰਗਾ ਉਹਦਾ ਦੇ ਕੇ ਬਰਾਜਮਾਨ ਕਰਤਾ ਸਰਕਾਰ ਨੇ। ਸਾਨੂੰ ਨਹੀਂ ਲੱਗਦਾ ਵੀ ਕੋਈ ਇਨਸਾਫ ਮਿਲੂਗਾ। ਬਾਕੀ ਜਿੰਨਾ ਕੁ ਆਪਣੇ ਹੱਥ ਹੈ ਆਪਾਂ ਤਾਂ ਕਰੀ ਜਾਂਦੇ ਸਾਰੇ ਭੈਣ ਭਾਈ। ਤੁਸੀਂ ਕੈਂਡਲ ਮਾਰਚ 'ਚ ਵੀ ਇਕੱਠੇ ਹੋਏ, ਪਰ ਅਸੀਂ ਟਿਕਣ ਵਾਲੇ ਨਹੀਂ। ਜੇ ਸਾਨੂੰ ਨਾ ਇਨਸਾਫ ਮਿਲਿਆ ਫਿਰ ਆਪਾਂ ਕੱਲ ਨੂੰ ਇਦੋਂ ਹੋਰ ਵੱਡਾ ਉਪਰਾਲਾ ਕਰਾਂਗੇ। ਜੇ ਨੂੰ ਫੇਰ ਵੀ ਨਾ ਮਿਲਿਆ ਤੇ ਫੇਰ ਤਾਂ ਸਾਨੂੰ ਸੜਕਾਂ ਤੇ ਉਤਰਨਾ ਪਊਗਾ। ਤੇ ਵਿੱਚ ਕੋਈ ਕਹਿੰਦਾ ਸੜਕ ਦੀ ਵਿਹਲੀ ਦੇਖ ਕੇ ਬਹਿ ਜਾਓ, ਬਾਕੀ ਤਾਂ ਸੜਕਾਂ ਤਾਂ ਨਿਆਣੇ ਨੇ ਰੋਕ ਛੱਡੀਆਂ ਨੇ, ਹੁਣ ਤੁਸੀਂ ਬਹਿ ਜਾਓ ਕੋਈ ਸੜਕ ਵਿਹਲੀ ਦੇਖ ਕੇ ਵੀ। ਪਲੀਜ਼ ਸਾਡੇ ਦੁੱਖ ਦੇ ਦਿਲ ਤੇ ਸੱਟ ਨਾ ਮਾਰੋ, ਅਸੀਂ ਬਹੁਤ ਦੁਖੀ ਹਾਂ। ਜੇ ਤੁਸੀਂ ਸਾਡਾ ਹੌਸਲਾ ਬਣਿਓ, ਅਸੀਂ ਤੁਹਾਨੂੰ ਦੇਖ ਕੇ ਤੁਹਾਡੇ ਕੋਲੇ ਅਸੀਂ ਉਹਦਾ ਦੁੱਖ ਸੁੱਖ ਰੋ ਲੈਂਦੇ ਹਾਂ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਬਾਹਲੇ ਸਟਰੋਂਗ ਹਾਂ। ਤੁਸੀਂ ਸਾਡੀ ਹਿੰਮਤ ਹੋ। ਤੁਸੀਂ ਉਹਦੇ ਕੈਂਡਲ ਮਾਰਚ ਦੇ ਵਿੱਚ ਇੰਨਾ ਵਧੀਆ ਸਾਡਾ ਸਾਥ ਦਿੱਤਾ, ਬਹੁਤ ਮਨ ਨੂੰ ਸਕੂਨ ਮਿਲਿਆ। ਲੁਧਿਆਣੇ ਵੀ ਪਰਸੋਂ ਸੀਗਾ, ਰਾਜਸਥਾਨ 'ਚ ਵੀ ਸੀਗਾ, ਤੇ ਹੁਣ ਰੋਜ਼ ਦੀ ਰੋਜ਼ ਵਿਚਾਰੇ ਸਾਨੂੰ ਪੋਸਟਾਂ ਪਾਉਂਦੇ ਨੇ ਵੀ ਅਸੀਂ ਵੀ ਕੈਂਡਲ ਮਾਰਚ ਕਰ ਰਹੇ ਹਾਂ। ਬਹੁਤ ਪਿਆਰ ਕਰਨ ਵਾਲੇ ਹੈਗੇ ਆ ਨਾ ਜਿਹੜੇ ਸ਼ੁਭਦੀਪ ਨੂੰ, ਸਾਨੂੰ ਮਾਣ ਮਹਿਸੂਸ ਹੁੰਦਾ ਵੀ ਸਾਡਾ ਸ਼ੁਭਦੀਪ ਸਾਨੂੰ ਇਹਨਾਂ ਵਿੱਚ ਦਿਸਦਾ। ਤੁਸੀਂ ਸਾਡੇ ਤੇ ਏਦਾਂ ਹੀ ਆਪਦੀ ਮਿਹਰ ਬਣਾ ਕੇ ਰੱਖਿਓ। ਤੇ ਜੇ ਆਪਾਂ ਰੰਗਲਾ ਪੰਜਾਬ ਚਾਹੁੰਦੇ ਤਾਂ ਆਪਾਂ ਨੂੰ ਆਪ ਨੂੰ ਕੁਝ ਕਰਨਾ ਪੈਣਾ। ਰੰਗਲਾ ਪੰਜਾਬ ਤਾਂ ਫੇਰ ਬਣੂ। ਹੁਣੇ ਤਾਂ ਕਹਿੰਦੇ ਨੇ 에ਅਰਪੋਰਟ ਹੋਰ ਬਣਾ ਦਿਆਂਗੇ, ਚੜਾਈ ਜਾਓ ਜਵਾਕਾਂ ਨੂੰ ਬਾਹਰ, ਪੰਜਾਬ 'ਚ ਛੱਡੂ ਹੀ ਨਾ ਕੋਈ।
ਮੈਂ ਕਹਿਣਾ ਤਾਂ ਨਹੀਂ ਚਾਹੁੰਦੀ ਸੀ, ਪਰ ਜਿਸ ਦਿਨ ਇਹ ਆਮ ਆਦਮੀ ਪਾਰਟੀ ਵਾਲੇ ਵਿਚਾਰੇ ਤੀਆਂ ਬਣਾ ਰਹੇ ਸੀ ਬੰਦੇ ਹੋ ਕੇ, ਇਹ ਤੀਆਂ ਬਣਾਉਣਾ, ਤੀਜ ਬਣਾਉਣੀ ਜਨਾਨੀਆਂ ਦਾ ਕੰਮ ਹੁੰਦਾ ਨਾ ਕਿ ਬੰਦਿਆਂ ਦਾ, ਉਹਦੇ ਸਾਨੂੰ ਬਹੁਤ ਦੁੱਖ ਹੁੰਦਾ ਸੀ ਵੀ ਇਹਨਾਂ ਨੂੰ ਕਿਸੇ ਦੇ ਪੁੱਤ ਦਾ ਕੋਈ ਉਹ ਨਹੀਂ, ਇਹ ਆਪਦੀ ਮਸਤੀ 'ਚ ਲੱਗੇ ਹੋਏ ਨੇ। ਵੀ ਕਮ ਸੇ ਕਮ ਤੁਸੀਂ ਪੰਜਾਬ ਦੇ ਹਾਲਾਤ ਦੇਖੋ, ਜਿੱਦਾਂ ਦੀ 4-5 ਮਹੀਨੇ ਹੋ ਗਏ ਕਿੰਨੇ ਨੌਜਵਾਨਾਂ ਦਾ ਕਤਲ ਹੋ ਗਿਆ, ਆਪਾਂ ਹੋਰ ਕਿੰਨੇ ਕੁ ਕਤਲ ਕਰਵਾਈ ਜਾਵਾਂਗੇ। ਇਹ ਆਪਾਂ ਨੂੰ ਇਨਸਾਫ ਆਪ ਨੂੰ ਲੈਣਾ ਪੈਣਾ। ਮੇਰੀ ਹੱਥ ਜੋੜ ਕੇ ਬਸ ਇਹੀ ਬੇਨਤੀ ਹੈ, ਜਿੱਥੇ ਅਸੀਂ ਸੱਦਾ ਦੇਵਾਂਗੇ ਸਾਡਾ ਸਾਥ ਅਸੀਂ ਦੇਈ ਜਾਇਓ, ਤੇ ਤੁਹਾਡੇ ਸਹਾਰੇ ਨਾਲ ਹੀ ਅਸੀਂ ਚੱਲ ਸਕਦੇ ਹਾਂ। ਸਾਡਾ ਕੱਲਿਆਂ ਦਾ ਸਾਥ ਨਹੀਂ ਚੱਲੂਗਾ। ਜੇ ਕਿਸੇ ਨੂੰ ਮੇਰੀ ਗੱਲ ਦਾ ਬੁਰਾ ਲੱਗਿਆ ਹੋਵੇ ਮਾਫ ਕਰਨਾ। ਧੰਨਵਾਦ। ਉਹ ਆਪਣੇ ਪਿੰਡਾਂ ਵਿੱਚ ਕਲੱਬ ਤਾਂ ਜ਼ਰੂਰ ਬਣਾ ਸਕਦੇ ਨੇ, ਪਰ ਪਲੀਜ਼ ਟਰਸਟ ਨਾ ਕੋਈ ਬਣਾਓ। ਤੇ ਇਹ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ, ਕਲੱਬ ਬਣਾ ਲਓ ਜੋ ਉਹਦੇ ਨਾਮ ਤੇ ਜਿਹਨੇ ਬੁਲਾਉਣੇ। ਜੇ ਆਪਾਂ ਨੂੰ ਇੰਨਾ ਕਹਿੰਦੇ ਨਾ ਵੀ ਆਪਾਂ ਨੂੰ ਸਤਿਕਾਰ ਕਰਦੇ ਹੋ ਜੀ ਦਾ, ਤੇ ਉਹ ਕਲੱਬ ਬਣਾ ਲਓ। ਜਿੱਥੋਂ ਤੱਕ ਸਾਡੀ ਜਿੰਨੀ ਕੁ ਸਾਡੇ ਤੋਂ ਹੋ ਸਕੇ ਅਸੀਂ ਮਦਦ ਵੀ ਕਰਦਿਆ ਕਰਾਂਗੇ, ਪਰ ਟਰਸਟ ਤੋਂ ਥੋੜਾ ਜਿਹਾ ਉਹ ਨਾ ਕੰਮ ਕਰੀਏ।